किताब विपरण की रीत तो सच दा मार्ग भाग चौथा। लेखक सरदार गुरबख्श सिंह काला अफगाना। पंजवें कांड का 16वां भाग। श्री दरबार साहब ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਦੀ ਸੇਵਾ ਵਿੱਚ ਚਿੱਠੀ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੰਕਿਆਂ ਦੀ ਨਿਵਰਤੀ ਲਈ ਗਿਆਨੀ ਮੋਹਨ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਵਿੱਚ ਮਿਤੀ 5 ਸਤੰਬਰ 1992 ਨੂੰ ਰਜਿਸਟਰੀ ਲਿਫਾਫੇ ਦੁਆਰਾ ਬੇਨਤੀ ਪੱਤਰ ਭੇਜਿਆ ਸੀ। ਸ਼ੌਕ ਹੈ ਕਿ ਜਿਸ ਸਨਮਾਨਯੋਗ ਮੁੱਖ ਗ੍ਰੰਥੀ ਜੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹ ਲਾ ਸਕਣ ਦੀ ਦਲੇਰੀ ਸੀ, ਅੱਜ ਉਸੇ ਹੀ ਪਦਵੀ ਨੂੰ ਸੰਭਾਲੀ ਬੈਠੇ ਗ੍ਰੰਥੀ ਸਾਹਿਬ ਦੀ ਹਾਲਤ ਇਹ ਹੈ ਕਿ ਉਹ ਇੱਕ ਗੁਰਸਿੱਖ ਦੇ ਸ਼ੰਕੇ ਦੂਰ ਕਰ ਸਕਣ ਦਾ ਸਾਹਸ ਵੀ ਗਵਾ ਚੁੱਕੇ ਹਨ। ਉੱਤਰ ਤਾਂ ਆਇਆ ਨਹੀਂ, ਪਰ ਉਸ ਪੱਤਰ ਦਾ ਉਤਾਰਾ ਹਾਜ਼ਰ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪਣਾ ਆਪ ਨਾ ਪਛਾਣੇ ਸੰਤੋ ਕੂੜ ਕਰਹਿ ਵਡਿਆਈ। ਐਡਮਿੰਟਨ 5 ਸਤੰਬਰ 1992। ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਮੁੱਖ ਗ੍ਰੰਥੀ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਵਿੱਚ ਇੱਕ ਸੁਰਤਾ ਇੱਕ ਮੁਠਤਾ ਤਦ ਹੀ ਰਹਿ ਸਕਦੀ ਹੈ ਜੇ ਗੁਰੂ ਨਾਨਕ ਨਾਮ ਲੇਵਾ ਸਿੱਖ ਆਪਣੇ ਧੁਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਜੁੜਿਆ ਰਹੇ। ਪਰ ਇਹ ਜੋੜ ਤਦ ਹੀ ਕਾਇਮ ਰਹਿ ਸਕਦਾ ਹੈ ਜੇ ਕੇਂਦਰੀ ਪਦਵੀਆਂ 'ਤੇ ਬਿਰਾਜੇ ਜਥੇਦਾਰ ਸਾਹਿਬਾਨ ਸਮੇਂ-ਸਮੇਂ ਸੇਧ ਪੱਤਰ ਜਾਰੀ ਕਰਕੇ ਪੰਥਕ ਮਰਜ਼ਾਦਾ ਵਿੱਚ ਆਈਆਂ ਢਿੱਲਾਂ ਨੂੰ ਦੂਰ ਕਰੀ ਰੱਖਣ ਅਤੇ ਸੁਹਿਰਦ ਗੁਰਸਿੱਖਾਂ ਦੇ ਗੁਰਮਤ ਬਾਰੇ ਸ਼ੰਕੇ ਨਿਵਰਤ ਕਰਨ ਲਈ ਪੁੱਜੇ ਬੇਨਤੀ ਪੱਤਰਾਂ ਦਾ ਉੱਤਰ ਭੇਜਿਆ ਜਾਂਦਾ ਰਹਿਣ ਦਾ ਸੁਚੱਜਾ ਪ੍ਰਬੰਧ ਹੋਵੇ। ਕੇਂਦਰੀ ਪ੍ਰਬੰਧ ਨਾਲ ਜੋੜੀ ਰੱਖਣ ਲਈ ਇਹ ਬੜੀ ਲਾਹੇਵੰਦ ਸੇਵਾ ਹੋਵੇਗੀ। ਪੰਥ 'ਤੇ ਬਣੀ ਭੀੜ ਹਰ ਗੁਰਸਿੱਖ ਦੀ ਹੋਂਦ ਲਈ ਬਣੀ ਨਿੱਜੀ ਔਕੜ ਸਮਝੀ ਜਾਣ ਦੀ ਰਵਾਇਤ ਮੁੱਢ ਤੋਂ ਬਣੀ ਆਈ ਹੈ। 1978 ਦੀ ਵਿਸਾਖੀ ਦੇ ਦਿਨ 'ਤੇ ਵਰਤੇ ਭਾਣੇ ਦੇ ਮਗਰੋਂ ਵਰਤਦੇ ਆ ਰਹੇ ਹੋਰ ਵੀ ਵੱਧ ਗੰਭੀਰਤਾ ਵਾਲੇ ਭਾਣਿਆਂ ਤੋਂ ਸਾਰੇ ਗੁਰਸਿੱਖ ਆਪਣੀ ਆਪਣੀ ਸੋਚਣੀ ਅਨੁਸਾਰ ਕਿਸੇ ਨਾ ਕਿਸੇ ਰੂਪ ਵਿੱਚ ਚਿੰਤਾਤੁਰ ਹਨ। ਕੈਨੇਡਾ ਨਿਵਾਸੀ ਕੁਝ ਗੁਰਸਿੱਖਾਂ ਨੇ ਜਦੋਂ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਨੂੰ ਗੰਭੀਰਤਾ ਨਾਲ ਵਿਚਾਰਿਆ ਤਾਂ ਸਤਿਗੁਰਾਂ ਨੇ ਇਹ ਸੂਝ ਬਖਸ਼ੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖਾਲਸੇ ਨੂੰ ਸਾਰਾ ਤੇਜ ਪ੍ਰਤਾਪ ਬਖਸ਼ ਦੇਣ ਵਾਲਾ ਬਚਨ ਗੁਰਦੇਵ ਜੀ ਨੇ ਪੂਰਾ ਕਰ ਦਿੱਤਾ ਸੀ। ਅੱਗੋਂ ਖਾਲਸੇ ਨੇ ਇਹ ਭੁਲਾ ਹੀ ਦਿੱਤਾ ਕਿ ਛੋਟੀ ਜਿਹੀ ਅਤੇ ਨਵ ਜਨਮੀ ਇਸ ਕੌਮ ਨੂੰ ਏਡਾ ਸ਼ਕਤੀਸ਼ਾਲੀ ਵਿਸ਼ਾਲ ਰਾਜ ਅਥਵਾ ਸਾਰੇ ਦਾ ਸਾਰਾ ਤੇਜ ਪ੍ਰਤਾਪ ਬੜੀ ਕਰੜੀ ਸ਼ਰਤ ਉੱਤੇ ਮਿਲਿਆ ਸੀ। ਸਤਿਗੁਰਾਂ ਦੇ ਬਚਨ ਅਨੁਸਾਰ ਇਹ ਰਾਜ ਭਾਗ ਉਹਨਾਂ ਚਿਰ ਹੀ ਰਹਿਣਾ ਸੀ ਜਿੰਨਾ ਚਿਰ ਖਾਲਸਾ ਜੀ ਆਪਣੇ ਸਤਿਗੁਰੂ ਜੀ ਦੇ ਬਖਸ਼ੇ ਨਿਆਰੇ ਗੁਰਮਤ ਸਿਧਾਂਤ ਅਨੁਸਾਰ ਚੱਲਦਾ ਹੋਇਆ ਆਪਣੇ ਨਿਆਰੇ ਆਚਰਨ ਨੂੰ ਸਾਂਭੀ ਰੱਖਦਾ। ਤੇਜ ਪ੍ਰਤਾਪ ਦਾ ਖੁੱਸ ਜਾਣਾ ਇਸ ਭਾਣੇ ਦਾ ਸੂਚਕ ਸੀ ਕਿ ਖਾਲਸਾ ਜੀ ਨਿਆਰੇ ਨਹੀਂ ਰਹੇ। ਸਤਿਗੁਰੂ ਸਾਹਿਬਾਨ ਨੇ ਖਾਲਸਾ ਦੀ ਚੜ੍ਹਤ ਲਈ ਕੇਵਲ ਬਾਹਰੀ ਖਤਰਾ ਵਿਪਰਨ ਕੀ ਰੀਤ ਹੀ ਸਮਝੀ ਸੀ। ਇਸ ਘਾਤਕ ਬਿਮਾਰੀ ਤੋਂ ਕੋਹਾਂ ਦੂਰ ਰਹਿਣ ਲਈ ਕਲਗੀਧਰ ਜੀ ਨੇ ਏਡੀ ਸਖਤ ਚੇਤਾਵਨੀ ਵਾਰਨਿੰਗ ਇਸੇ ਕਾਰਨ ਹੀ ਦਿੱਤੀ ਸੀ ਕਿ ਜੇ ਕਦੇ ਖਾਲਸਾ ਵਿਪਰਨ ਕੀ ਰੀਤ ਦਾ ਧਾਰਨੀ ਬਣ ਗਿਆ, ਰਾਜ ਭਾਗ ਦਾ ਟਿਕੇ ਰਹਿਣਾ ਤਾਂ ਦੂਰ ਦੀ ਗੱਲ ਹੈ। ਮੈਂ ਭਾਵ ਗੁਰਦੇਵ ਜੀ ਆਪ ਵੀ ਖਾਲਸੇ ਨੂੰ ਬੇਪਰਤੀਤਾ ਸਮਝ ਕੇ ਇਸ ਤੋਂ ਮੂੰਹ ਫੇਰ ਲੈਣਾ ਹੈ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਾਸੀ ਅਸਾਂ ਕੁਝ ਸਿੰਘਾਂ ਨੇ ਇੱਕ ਪੁਸਤਕ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਲਿਖਣੀ ਆਰੰਭੀ ਹੈ, ਜਿਸ ਵਿੱਚ ਵਿਪਰੀਤੀ ਦੀ ਪਰਖ ਕਰਕੇ ਸਮਝਾਉਣ ਨੂੰ ਕੇਵਲ ਗੁਰਬਾਣੀ ਸ਼ਬਦਾਂ ਦਾ ਆਸਰਾ ਲਿਆ ਹੈ। ਹਰ ਵਿਸ਼ੇ ਪ੍ਰਤੀ ਪਹਿਲਾਂ ਬ੍ਰਾਹਮਣੀ ਗ੍ਰੰਥਾਂ ਦੇ ਹਵਾਲੇ ਨਾਲ ਵਿਪਰੀਤੀ ਦੀ ਵਿਥਿਆ ਲਿਖੀ ਹੈ, ਫਿਰ ਉਸ ਵਿਸ਼ੇ ਨੂੰ ਸਪਸ਼ਟ ਕਰਨ ਵਾਸਤੇ ਘੱਟ ਤੋਂ ਘੱਟ 10 ਗੁਰਬਾਣੀ ਸ਼ਬਦ ਅਰਥਾਂ ਸਮੇਤ ਲਿਖ ਕੇ ਹੋਰ ਗੁਰੂ ਸ਼ਬਦਾਂ ਦੀ ਸੂਚੀ ਨਾਲੋਂ ਨਾਲ ਦਿੱਤੀ ਜਾ ਰਹੀ ਹੈ।
ਵਿਪਰਨ ਕੀ ਰੀਤ ਦੇ ਹਰ ਪੱਖ ਨੂੰ ਨੰਗਾ ਕਰਕੇ ਸਿੱਖ ਜਗਤ ਨੂੰ ਜਾਣੂ ਕਰਵਾਉਣ ਦਾ ਪੱਕਾ ਸੰਕਲਪ ਹੈ। ਕਈ ਸੱਜਣ ਕੁਝ ਅਜਿਹੇ ਪ੍ਰਸ਼ਨ ਕਰਦੇ ਹਨ ਕਿ ਜਿਨ੍ਹਾਂ ਦਾ ਠੀਕ ਉੱਤਰ ਆਪ ਜੀ ਹੀ ਦੇ ਸਕਦੇ ਹੋ। ਆਸ ਹੈ ਆਪ ਜੀ ਵਿਸਥਾਰ ਪੂਰਵਕ ਉੱਤਰ ਦੇ ਕੇ ਜਥੇ ਦਾ ਦਿਲ ਵਧਾਓਗੇ ਅਤੇ ਜਥੇ ਦੀ ਇਸ ਸੇਵਾ ਵਿੱਚ ਬਹੁਮੁੱਲਾ ਹਿੱਸਾ ਪਾਓਗੇ। ਸ਼ੰਕਿਆਂ ਦਾ ਵੇਰਵਾ ਇਸ ਪ੍ਰਕਾਰ ਹੈ। ਨੰਬਰ 1, ਦੁੱਖ ਭੰਜਣੀ ਬੇਰੀ। ਊੜਾ 1973 ਵਿੱਚ ਪੌਣੇ ਤੋਂ ਬਾਹਰ ਦੀ ਬੇਰੀ ਸੁੱਕ ਗਈ ਸੀ। ਉਸ ਦੇ ਥਾਂ ਕਿਸੇ ਬੇਰੀ ਦੀ ਨਵੀਂ ਲਗਰ ਲਿਆ ਗੱਡੀ। ਪੁੱਛਣ 'ਤੇ ਸੇਵਾਦਾਰ ਵਿਅੰਗਮਈ ਮੁਸਕਾਨ ਨਾਲ ਇਹ ਦੱਸਿਆ ਕਰਦੇ ਸਨ ਕਿ ਕਰਾਮਾਤੀ ਬੇਰੀ ਮਰਨ ਲੱਗੀ ਆਪਣਾ ਬੱਚਾ ਛੱਡ ਗਈ ਸੀ। ਲੋਕੀ ਉਸੇ ਨੂੰ ਅਸਲੀ ਦੁੱਖ ਭੰਜਨੀ ਬੇਰੀ ਸਮਝ ਕੇ ਆਪਣੀ ਸੁਖਣਾ ਪੂਰੀਆਂ ਕਰ ਲੈਣ ਵਿੱਚ ਰੁੱਝ ਗਏ ਕਿ ਅਜਿਹੀ ਸੇਵਾ ਕਰਕੇ ਗੁਰਮਤ ਵਿਰੋਧੀ ਭਰਮ ਨੂੰ ਸੁਰਜੀਤ ਕਰੀ ਰੱਖਣਾ ਅਥਵਾ ਪੂਰਨ ਸੱਚ ਦੇ ਸਰਬ ਉੱਚ ਅਸਥਾਨ ਦਰਬਾਰ ਵਿੱਚ ਝੂਠ ਦੀ ਪੂਜਾ ਕਰਵਾਈ ਰੱਖਣੀ ਪੰਥ ਨੂੰ ਬ੍ਰਾਹਮਣ ਰੀਤੀ ਨਾਲ ਜੋੜੀ ਰੱਖ ਕੇ ਦਸ਼ਮੇਸ਼ ਜੀ ਦੀਆਂ ਨਜ਼ਰਾਂ ਵਿੱਚੋਂ ਗਿਰਾਉਣ ਵਾਲਾ ਘੋਰ ਪਾਪ ਨਹੀਂ ਹੋ ਰਿਹਾ ਸੀ। ਭਾਗੜਾ ਇੱਕ ਰੁੱਖ ਬੇਰੀ ਬਾਰੇ ਇਹ ਵਿਚਾਰ ਸਿੱਖ ਜਗਤ ਵਿੱਚ ਬਣ ਜਾਣਾ ਕਿ ਉਹ ਲੋਕਾਂ ਦੇ ਰੋਗ ਕੱਟਦਾ ਹੈ ਅਤੇ ਆਸਾਂ ਮੁਰਾਦਾਂ ਪੂਰੀਆਂ ਕਰਦਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਖਤ ਬੇਅਦਬੀ ਨਹੀਂ ਹੈ ਕਿ ਅਜਿਹਾ ਕਰਨ ਨਾਲ ਗੁਰਸਿੱਖ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੁੱਖਾਂ ਦਾ ਪੁਜਾਰੀ ਨਾ ਬਣ ਗਿਆ। ਈੜੀ ਕਿ ਪ੍ਰਭੂ ਨਾਮ ਅਥਵਾ ਗੁਰਬਾਣੀ ਤੋਂ ਬਿਨਾਂ ਕੋਈ ਹੋਰ ਅਜਿਹਾ ਅੰਮ੍ਰਿਤ ਵੀ ਹੈ ਜੋ ਕਥਿਤ ਤੌਰ 'ਤੇ ਬੇਰੀ ਹੇਠਲੀ ਛੱਪੜੀ ਦੇ ਪਾਣੀ ਵਿੱਚ ਆ ਰਲਿਆ ਅਤੇ ਉਸ ਪਾਣੀ ਦੀ ਕਿਸੇ ਕਰਾਮਾਤੀ ਸ਼ਕਤੀ ਨੇ ਕਥਿਤ ਰਜਨੀ ਦੇ ਪਤੀ ਦਾ ਕੋੜ ਹਟਾ ਦਿੱਤਾ ਸੀ ਕਿ ਗੁਰਬਾਣੀ ਸ਼ਬਦ ਕਿਸੇ ਅਜਿਹੀ ਕਰਾਮਾਤੀ ਸ਼ਕਤੀ ਵਾਲੇ ਜਲ ਅੰਮ੍ਰਿਤ ਦੀ ਕਿਸੇ ਪ੍ਰਕਾਰ ਦੀ ਹੋਂਦ ਨੂੰ ਮਾਨਤਾ ਦਿੰਦੇ ਹਨ। ਫਿਰ ਗੁਰੂ ਬਾਣੀ ਦਾ ਸਪਸ਼ਟ ਫਰਮਾਨ ਹੈ ਕਿ ਜਿਵੇਂ ਠੋਸ ਲੋਹੇ ਦੀ ਬਣੀ ਬੇੜੀ ਦਰਿਆ ਪਾਰ ਨਹੀਂ ਕਰ ਸਕਦੀ, ਇਸੇ ਤਰ੍ਹਾਂ ਕਾਲਾ ਕਾਂ ਚਿੱਟਾ ਹੰਸ ਕਦੇ ਨਹੀਂ ਬਣ ਸਕਦਾ। ਕਾਗੋਂ ਹੋਏ ਨਾ ਉਜਲਾ ਲੋਹੇ ਨਾਮ ਨਾ ਪਾਰ। ਕੀ ਇਹ ਰਜਨੀ ਵਾਲੀ ਸਾਖੀ ਸੱਚੀ ਹੈ ਕਿ ਸਤਿਗੁਰ ਦਾ ਬਚਨ ਸਦੀਵੀ ਸੱਚ ਹੈ? ਭਾਗ ਸੱਸਾ ਵੇਖਣ ਵਿੱਚ ਤਾਂ ਇਹ ਆਉਂਦਾ ਹੈ ਕਿ ਜੇ ਕਿਸੇ ਕਾਂ ਦੇ ਸਾਥੀ ਦੀ ਹਾਲਤ ਜਰਾ ਵਿਗੜ ਜਾਏ ਤਾਂ ਨੇੜੇ ਤੇੜੇ ਦੇ ਸਾਰੇ ਕਾਂ ਇਕੱਠੇ ਹੋ ਕੇ ਕਾਂ ਦਾ ਰੌਲਾ ਪਾ ਕੇ ਖਤਰੇ ਦਾ ਨਗਾਰਾ ਖੜਕਾ ਦਿੰਦੇ ਹਨ। ਕਾਦਰ ਦੇ ਬਣਾਏ ਪੱਕੇ ਨਿਯਮ ਦੇ ਇਹ ਵਿਰੁੱਧ ਹੈ ਕਿ ਛੱਪੜੀ ਵਿੱਚ ਵੜਨ 'ਤੇ ਕਾਂ ਦਾ ਰੰਗ ਬਦਲਦਿਆਂ ਸਾਰ ਹੀ ਉੱਥੇ ਕਾਵਾਂ ਰੌਲੀ ਨਾ ਪੈ ਗਈ ਹੋਵੇ ਅਤੇ ਛੱਪੜੀ ਕੋਲੋਂ ਕਾਂ ਡਰਨਾ ਆਰੰਭ ਕਰਨ ਦੇ ਥਾਂ ਸਗੋਂ ਨਹਾ ਕੇ ਚਿੱਟੇ ਬਣਨ ਦੀ ਖੁਸ਼ੀ ਮਨਾਉਣ ਲੱਗ ਪਏ ਹੋਣ। ਮਨੁੱਖ ਤੋਂ ਬਿਨਾਂ ਹੋਰ ਕਿਸੇ ਪਸ਼ੂ ਪੰਖੀ ਕੋਲ ਕਾਮਨਾ ਕਰਨ ਵਾਲਾ ਮਨ ਨਹੀਂ ਹੈ। ਹਰ ਇੱਕ ਪੰਛੀ ਜਾਂ ਪੰਖੀ ਆਪਣੀ ਥਾਂ 'ਤੇ ਸੰਤੁਸ਼ਟ ਹੈ। ਘੋੜੇ ਤੋਂ ਗਾਂ ਬਣਨਾ, ਖੋਤੇ ਤੋਂ ਹਾਥੀ ਬਣਨਾ, ਕੁੱਤੇ ਤੋਂ ਸ਼ੇਰ ਅਥਵਾ ਕਾਂ ਤੋਂ ਹੰਸ ਬਣ ਜਾਣ ਦੀ ਲਾਲਸਾ ਕਿਸੇ ਵਿੱਚ ਕਦੇ ਨਹੀਂ ਜਾਗ ਸਕਦੀ। ਅਜਿਹਾ ਹੋ ਜਾਣਾ ਅਕਾਲ ਪੁਰਖ ਦੇ ਹੁਕਮ ਦੇ ਵਿਰੁੱਧ ਹੈ ਅਤੇ ਅਜਿਹੀਆਂ ਮਿੱਥੀਆਂ ਗੱਲਾਂ ਕੇਵਲ ਬ੍ਰਾਹਮਣੀ ਕਥਾ ਕਹਾਣੀਆਂ ਦਾ ਹਿੱਸਾ ਹਨ। ਕੀ ਤੁਸੀਂ ਇਸ ਬ੍ਰਾਹਮਣੀ ਵਿਚਾਰ ਵਾਲੀ ਕਹਾਣੀ ਨੂੰ ਗੁਰਮਤਿ ਦੀ ਕਸਵੱਟੀ 'ਤੇ ਸੱਚੀ ਸਿੱਧ ਕਰ ਸਕਦੇ ਹੋ ਕਿ ਗੁਰੂ ਨਾਨਕ ਨਿਰੰਕਾਰੀ ਜੀ ਨੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਮੰਨਣ ਦੇ ਭਰਮ ਤੋਂ ਹਟਾ ਕੇ ਮਨੁੱਖ ਨੂੰ ਕੇਵਲ ਪਰਮਾਤਮਾ ਦੇ ਹੁਕਮ ਅਤੇ ਭਾਣੇ ਵਿੱਚ ਵਿਚਰਨ ਦੀ ਜਾਚ ਨਹੀਂ ਸਿਖਾਈ? ਮਨੁੱਖ ਦੇ ਮਨ ਵਿੱਚੋਂ ਭਰਮਾਂ ਦਾ ਨਾਸ ਕਰਨ ਆਏ ਸਤਿਗੁਰ ਦੇ ਸਰਬ ਉੱਚ ਦਰਬਾਰ ਵਿੱਚ ਹੀ ਦੋ ਵਿਰੋਧੀ ਧਾਰਨਾਵਾਂ ਦੀ ਮਹੰਤ ਪੁਜਾਰੀਆਂ ਦੀ ਦੇਣ ਤਾਂ ਨਹੀਂ ਹਨ। ਪੰਥਕ ਮਰਜ਼ਾਦਾ ਨੂੰ ਭੁੱਲ ਕੇ ਵਿਪਰਨ ਕੀ ਰੀਤ ਨਾਲ ਜੋੜੀ ਰੱਖਣ ਵਾਲੀ ਇਹ ਬੇਰੀ ਕੀ ਗੁਰਮਤਿ ਦੇ ਪਾਵਨ ਨਾਮ 'ਤੇ ਖਤਰਨਾਕ ਦਾਗ ਨਹੀਂ ਹੈ? ਕਿ ਤੁਸੀਂ ਇਸ ਸਭ ਕੁਝ ਨੂੰ ਗੁਰਮਤਿ ਦੇ ਅਨੁਕੂਲ ਸਿੱਧ ਕਰ ਸਕਦੇ ਹੋ ਕਿ ਬੇਰੀ ਅਥਵਾ ਉਸ ਨਾਲ ਜੁੜੀ ਕਹਾਣੀ ਨੂੰ ਗੁਰਮਤਿ ਦਾ ਅੰਗ ਸਿੱਧ ਕਰਨ ਲਈ ਘੱਟੋ ਘੱਟ 5 ਗੁਰੂ ਫਰਮਾਨ ਲਿਖ ਭੇਜਣ ਦੀ ਕਿਰਪਾਲਤਾ ਕਰ ਸਕਦੇ ਹੋ? ਇਸ ਸਭ ਕੁਝ ਬਾਰੇ ਆਪ ਜੀ ਦੇ ਵਿਚਾਰ ਪੁਸਤਕ ਵਿੱਚ ਛਪਣੇ ਬੜੇ ਲਾਹੇਵੰਦ ਰਹਿਣਗੇ ਜੀ। ਨੰਬਰ 2, ਸਰੋਵਰ ਦੇ ਇਸ਼ਨਾਨ। ਊੜਾ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਕੰਧਾਂ 'ਤੇ ਮੋਟੇ ਅੱਖਰਾਂ ਵਿੱਚ
ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਕਈ ਥਾਵਾਂ 'ਤੇ ਲਿਖਿਆ ਪੜ੍ਹ ਕੇ ਲਗਭਗ ਸਾਰੇ ਯਾਤਰੂਆਂ ਦੇ ਅੰਦਰ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਪਿਛਲੇ ਕੀਤੇ ਸਾਰੇ ਪਾਪਾਂ ਦਾ ਨਾਸ ਕਰ ਲੈਣ ਦੀ ਇੱਛਾ ਪ੍ਰਬਲ ਹੋ ਜਾਣੀ ਕੁਦਰਤੀ ਗੱਲ ਹੈ। ਸਰੋਵਰ ਵਿੱਚ ਇਸ਼ਨਾਨ ਕਰ ਰਹੇ ਲਗਭਗ ਸਾਰਿਆਂ ਪ੍ਰੇਮੀਆਂ ਦੇ ਮੂੰਹੋਂ ਇਹੀ ਤੁਕ ਸੁਣੀ ਜਾ ਰਹੀ ਹੁੰਦੀ ਹੈ, ਰਾਮਦਾਸ ਸਰੋਵਰ ਨਾਤੇ। ਟੁੱਬਿਆਂ ਦੇ ਨਾਲ ਨਾਲ ਪਾਪਾਂ ਦਾ ਭੋਗ ਪੈ ਗਿਆ ਸਮਝਿਆ ਜਾ ਰਿਹਾ ਹੁੰਦਾ ਕਿ ਆਪ ਜੀ ਚਾਨਣਾ ਪਾ ਦੇਣ ਦੀ ਮਿਹਰ ਕਰੋਗੇ ਕਿ ਕੀ ਇਸ ਤੁਕ ਵਿਚਲੇ ਲਫ਼ਜ਼ ਰਾਮਦਾਸ ਤੋਂ ਭਾਵ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਗੁਰੂ ਨਾਨਕ ਜੀ ਹਨ, ਅਤੇ ਕੀ ਸਰੋਵਰ ਦਾ ਅਰਥ ਕੇਵਲ ਜਲ ਦਾ ਤਾਲ ਹੀ ਹੈ, ਅਤੇ ਫਿਰ ਹੇਠ ਲਿਖੇ ਗੁਰੂ ਫਰਮਾਨਾਂ ਵਿੱਚ ਆਏ ਇਹਨਾਂ ਦੋਹਾਂ ਸ਼ਬਦਾਂ ਰਾਮਦਾਸ ਅਤੇ ਸਰੋਵਰ ਦਾ ਅਰਥ ਕੀ ਬਣਦਾ ਹੈ। ਹਰ ਆਰਾਧਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ। ਪੰਨਾ 612। ਜੋਗੀ ਜਤੀ ਬੈਸਨੁ ਰਾਮਦਾਸ, ਮਿਤ ਨਾਹੀ ਬ੍ਰਹਮ ਅਬਿਨਾਸ਼। ਪੰਨਾ 867। ਹਰ ਗੁਰ ਸਰਵਰ ਸੇਵ ਤੂੰ, ਪਾਵੇਂ ਦਰਗਾ ਮਾਨ ਰਹਾਓ। ਪੰਨਾ 21। ਗੁਰ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹਾਨ। ਪੰਨਾ 757। ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਟੁੱਬੇ ਲਾ ਕੇ ਜੇ ਪਿਛਲੇ ਕੀਤੇ ਹੋਏ ਪਾਪਾਂ ਦਾ ਨਾਸ ਹੋ ਜਾਂਦਾ ਹੈ ਤਾਂ ਸਤਿਗੁਰਾਂ ਦੇ ਇਸ ਫਰਮਾਨ ਬਾਰੇ ਆਪ ਜੀ ਦਾ ਵਿਚਾਰ ਕੀ ਹੈ। ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹੇ ਸਭ ਉਤਰੇ। ਬਹੁਰ ਕਮਾਵੇਂ ਹੋਏ ਨ ਸੰਕ, ਜਮਪੁਰ ਬਾਂਧ ਖਰੇ ਕਾਲੰਕ। ਪੰਨਾ 1384। ਕੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਗੁਰੂ ਫਰਮਾਨ ਅਨੁਸਾਰ ਜਲ ਸਰੋਵਰਾਂ ਦਾ ਇਸ਼ਨਾਨ ਵੀ ਤੀਰਥਾਂ ਦਾ ਉਹੀ ਇਸ਼ਨਾਨ ਨਹੀਂ ਹੈ ਜਿਸ ਤੋਂ ਪਾਪਾਂ ਦੇ ਨਾਸ ਹੋ ਜਾਣ ਦਾ ਵਿਸ਼ਵਾਸ ਬਣਦਾ ਹੈ। ਭਾਗੜਾ ਆਪ ਜੀ ਦੀ ਨਿਗਰਾਨੀ ਹੇਠ ਕੰਧਾਂ 'ਤੇ ਲਿਖਵਾਏ ਗੁਰੂ ਫਰਮਾਨਾਂ ਦਾ ਉਹ ਗੁਰਮਤਿ ਵਿਰੋਧੀ ਭਾਵ ਜੋ ਸੰਗਤ ਲੈ ਰਹੀ ਹੈ, ਉਸ ਨੂੰ ਸਾਫ਼ ਕਰਨ ਦਾ ਕੋਈ ਵੀ ਉਪਰਾਲਾ ਨਾ ਕਰਨਾ ਕਿ ਗੁਰਬਾਣੀ ਦੁਆਰਾ ਹੀ ਗੁਰਸਿੱਖਾਂ ਨੂੰ ਗੁਰਮਤਿ ਵਿਰੋਧੀ ਭਰਮਾਂ ਵਿੱਚ ਫਸਾਉਣਾ ਗੁਰਦੇਵ ਜੀ ਨਾਲ ਕੀਤਾ ਜਾ ਰਿਹਾ ਵਿਸ਼ਵਾਸਘਾਤ ਨਹੀਂ ਹੈ। ਜੇ ਇਉਂ ਸਮਝਣਾ ਸਾਡੀ ਭੁੱਲ ਹੈ ਤਾਂ ਗੁਰੂ ਸ਼ਬਦਾਂ ਦੁਆਰਾ ਅਸਲ ਆਸ਼ੇ ਦੀ ਸੋਝੀ ਬਖਸ਼ਣ ਦੀ ਮਿਹਰ ਕਰੋ ਜੀ। ਨੰਬਰ 3 ਗੁਰਬਾਣੀ ਪਾਠ। ਪੰਥਕ ਰਹਿਤ ਮਰਜ਼ਾਦਾ ਦੇ ਖਰੜੇ ਵਿੱਚ ਪਾਬੰਦੀ ਹੈ ਕਿ ਜੇ ਸਹਿਜ ਪਾਠ ਜਾਂ ਅਖੰਡ ਪਾਠ ਕਰਨਾ ਹੋਵੇ ਤਾਂ ਘਰ ਵਾਲੇ ਪਾਠ ਆਪ ਕਰਨ ਜਾਂ ਗੁਰਬਾਣੀ ਦਾ ਪਾਠ ਕਿਸੇ ਚੰਗੇ ਪਾਠੀ ਕੋਲੋਂ ਬੈਠ ਕੇ ਸੁਣ। ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਕੀ ਪੌੜੀ ਵਾਲਾ ਪਾਠ ਦਰਬਾਰ ਸਾਹਿਬ ਜੀ ਦੀਆਂ ਪਾਵਨ ਛੱਤਾਂ ਤੇ ਦੁੱਖ ਭੰਜਨੀ ਬੇਰੀ ਅਥਵਾ ਪਰਕਰਮਾਂ ਵਿੱਚ ਬਣੇ ਕਮਰਿਆਂ ਵਿੱਚ ਕਈ ਥਾਈਂ ਪਾਠ ਰੱਖੇ ਜਾਣ ਲਈ ਸਿੱਖ ਸ਼ਰਧਾਲੂਆਂ ਕੋਲੋਂ ਸ੍ਰੀ ਦਰਬਾਰ ਸਾਹਿਬ ਕਮੇਟੀ ਆਪਣੇ ਮਿੱਥੇ ਅੱਡ-ਅੱਡ ਰੇਟਾਂ ਅਨੁਸਾਰ ਆਪਣੀ ਮਰਜ਼ੀ ਦੀਆਂ ਰਕਮਾਂ ਲੈ ਕੇ ਪਾਠ ਬੁੱਕ ਕਰ ਲੈਂਦੀ ਹੈ। ਫਿਰ ਉਹ ਪਾਠ ਭਾੜੇ ਦੇ ਪੇਸ਼ਾਵਰ ਪਾਠੀਆਂ ਤੋਂ ਕਰਵਾ ਕੇ ਭੋਗ ਉਪਰੰਤ ਆਇਆ ਮੁੱਖ ਭਾਗ ਪਾਠ ਕਰਾਉਣ ਵਾਲੇ ਦੇ ਘਰ ਡਾਕ ਰਾਹੀਂ ਭੇਜ ਦਿੱਤਾ ਜਾਂਦਾ ਹੈ। ਬੁੱਕ ਕੀਤੇ ਪਾਠਾਂ ਦੀ ਲਿਸਟ ਏਡੀ ਲੰਬੀ ਹੁੰਦੀ ਹੈ ਕਿ ਜਦੋਂ ਇਹ ਹੁਕਮਨਾਮਾ ਅਚਨਚੇਤ ਘਰ ਪੁੱਜਦਾ ਹੈ ਤਾਂ ਕਈ ਘਰਾਂ ਵਿੱਚ ਅਨੇਕ ਪ੍ਰਕਾਰ ਦੀ ਉਥਲ-ਪੁਥਲ ਹੋ ਚੁੱਕੀ ਹੁੰਦੀ ਹੈ ਅਤੇ ਦਰਬਾਰ ਸਾਹਿਬ ਕਮੇਟੀ ਦੀ ਉਹ ਖੇਚਲ ਬਹੁਤੀ ਵਾਰੀ ਗੁਰੂ ਸ਼ਬਦ ਦੀ ਅਵੱਗਿਆ ਦਾ ਕਾਰਨ ਬਣ ਕੇ ਰਹਿ ਜਾਂਦੀ ਹੈ ਕਿ ਇਸ ਤਰ੍ਹਾਂ ਗੁਰਬਾਣੀ ਦੀ ਬੇਅਦਬੀ ਕਰਨ ਦਾ ਅਤੇ ਪੰਥਕ ਰਹਿਤ ਮਰਜ਼ਾਦਾ ਦੀ ਖੰਡਣਾ ਕਰਨ ਦਾ ਕਮੇਟੀ ਕੋਲ ਕੋਈ ਖਾਸ ਅਧਿਕਾਰ ਹੈ ਕਿ ਭਾੜੇ 'ਤੇ ਕਰਵਾਏ ਪਾਠਾਂ ਦਾ ਕੋਈ ਪੁੰਨ ਫਲ ਸੈਂਕੜੇ ਹਜ਼ਾਰਾਂ ਮੀਲਾਂ 'ਤੇ ਬੈਠੇ ਘਰ ਵਾਲਿਆਂ ਨੂੰ ਮਿਲ ਸਕਦਾ ਹੈ ਜਾਂ ਅਜਿਹੇ ਮੰਤਰ ਪਾਠਾਂ ਨਾਲ ਕਿਸੇ ਦਾ ਕੁਝ ਸੌਰਦਾ ਹੈ। ਜੇ ਅਜਿਹੇ ਮੰਤਰ ਪਾਠਾਂ ਕਰਨ ਦੇ ਨਾਲ ਕੋਈ ਫਲ ਅਵੱਸ਼ ਮਿਲਦਾ ਹੈ ਤਾਂ ਪੰਥਕ ਤੌਰ 'ਤੇ ਪਾਠਾਂ ਦੀ ਝੜੀ ਲਾ ਕੇ ਖਾਲਿਸਤਾਨ ਕਿਵੇਂ ਨਹੀਂ ਬਣ ਸਕਦਾ ਕਿ ਕਿਤੇ ਇਹ ਸਭ ਕੁਝ ਵਿਪਰਨ ਕੀ ਰੀਤ ਤੇ ਨਹੀਂ। ਅਜਿਹੇ ਮੰਤਰ ਪਾਠ ਕਰਨ ਦੀਆਂ ਵਿਧੀਆਂ ਅਤੇ ਫਲ ਹਿੰਦੂ ਗ੍ਰੰਥਾਂ ਵਿੱਚ ਬਹੁਤ ਥਾਈਂ ਪੜ੍ਹੇ ਹਨ ਕਿ ਕੇਂਦਰੀ ਰਹਿਤ ਮਰਜ਼ਾਦਾ ਦੀ ਖੰਡਣਾ ਕਰਨ ਦਾ ਉਤਸ਼ਾਹ ਕੇਂਦਰ ਤੋਂ ਹੀ ਮਿਲਦਾ ਰਹਿਣ ਨਾਲ
ਪੰਥ ਵਿੱਚ ਰਹਿੰਦੀ ਏਕਤਾ ਦੀ ਭਾਵਨਾ ਸੁਰਜੀਤ ਰਹਿ ਸਕੇਗੀ। ਪਰਮ ਪਵਿੱਤਰ ਸਰਬ ਉੱਚ ਗੁਰੂ ਦਰਬਾਰ ਵਿੱਚ ਹੀ ਝੂਠੇ ਵਿਸ਼ਵਾਸ ਦਿਵਾ ਕੇ ਕੀਤੀ ਉਗਰਾਈ ਕਿ ਪੰਥ ਨੂੰ ਤੇਜ ਪ੍ਰਤਾਪ ਦਾ ਮਾਲਕ ਬਣ ਸਕਣ ਜੋਗਾ ਰਹਿਣ ਦੇਵੇਗੀ। ਨੰਬਰ 4 ਪੱਥਰ ਦੀ ਪੂਜਾ। ਬਾਬਾ ਦੀਪ ਸਿੰਘ ਜੀ ਦਾ ਸੀਸ ਪਰਿਕਰਮਾ ਵਿੱਚ ਡਿੱਗਣ ਦੀ ਯਾਦ ਵਿੱਚ ਛੋਟਾ ਜਿਹਾ ਸੁੰਦਰ ਗੁਰਦੁਆਰਾ ਬਣ ਜਾਣ ਦੇ ਨਾਲ ਹੀ ਇੱਕ ਵਡੇਰੇ ਆਕਾਰ ਵਾਲਾ ਪੱਥਰ ਪਰਿਕਰਮਾ ਵਿੱਚ ਲਾ ਦੇਣਾ ਕੀ ਬੜਾ ਜ਼ਰੂਰੀ ਸੀ। ਉਚੇਚੇ ਆਕਾਰ ਵਾਲਾ ਹੋਣ ਦੇ ਕਾਰਨ ਉਹ ਪੱਥਰ ਭੋਲੇ ਸ਼ਰਧਾਲੂਆਂ ਲਈ ਸ਼ਰਧਾ ਦੇ ਫੁੱਲ ਅਥਵਾ ਪੈਸੇ ਭੇਟ ਕਰਕੇ ਨਮਸਕਾਰਾਂ ਅਥਵਾ ਪੂਜਾ ਭੇਟਾ ਦਾ ਕਾਰਨ ਬਣਨਾ ਕਿ ਦਰਬਾਰ ਸਾਹਿਬ ਤੋਂ ਹੀ ਪੱਥਰ ਪੂਜਾ ਦਾ ਉਤਸ਼ਾਹ ਨਹੀਂ ਮਿਲ ਰਿਹਾ। ਅਜਿਹਾ ਪੱਥਰ ਲਾਉਣਾ ਵਿਪਰਨ ਕੀ ਰੀਤ ਨੂੰ ਕਿਸੇ ਨਾ ਕਿਸੇ ਰੰਗ ਵਿੱਚ ਸੁਰਜੀਤ ਕਰੀ ਰੱਖਣ ਵਾਲਾ ਕਿ ਗੁਰਮਤਿ ਵਿਰੋਧੀ ਕਰਮ ਨਹੀਂ ਹੈ ਜੀ। ਜਿੱਥੇ ਪੱਥਰ ਲੱਗਾ ਹੈ ਕਿ ਵਾਕਿਆ ਹੀ ਸੀਸ ਠੀਕ ਉਸ ਥਾਂ 'ਤੇ ਹੀ ਡਿੱਗਾ ਸੀ। ਇਸ ਦਾ ਠੀਕ ਉੱਤਰ ਦੇ ਸਕਣ ਦਾ ਕੋਈ ਪੱਕਾ ਸਬੂਤ ਦਰਬਾਰ ਸਾਹਿਬ ਕਮੇਟੀ ਦੇ ਕੋਲ ਕਿਤੇ ਸੁਰੱਖਿਅਤ ਪਿਆ ਹੈ। ਪਰਿਕਰਮਾ ਵਿੱਚ ਅਜਿਹਾ ਨਿਰਮੂਲ ਭਰਮ ਬਣਾਈ ਰੱਖਣਾ ਕਿ ਦਰਬਾਰ ਸਾਹਿਬ ਦੀ ਪਾਵਨਤਾ ਨੂੰ ਵਧਾਉਂਦਾ ਹੈ ਜੀ। ਨੰਬਰ 5 ਖੰਡੇ ਬਾਟੇ ਦਾ ਅੰਮ੍ਰਿਤ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਅਤੇ ਮਰਜ਼ਾਦਾ ਦਾ ਮਤਭੇਦ ਖੜਾ ਕਰਨ ਵਾਲਿਆਂ ਦੇ ਦਬਾਅ ਹੇਠ ਆ ਕੇ ਆਨੰਦ ਸਾਹਿਬ ਦੀਆਂ 5 ਪੌੜੀਆਂ ਵਾਲੀ ਮਰਜ਼ਾਦਾ ਨੂੰ ਬਦਲ ਦਿੱਤਾ ਗਿਆ ਹੈ। ਇਹ ਤਬਦੀਲੀ ਕਰ ਦੇਣ ਤੋਂ ਜੋ ਸ਼ੰਕੇ ਅਤੇ ਪ੍ਰਸ਼ਨ ਪੈਦਾ ਹੋਏ ਹਨ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਭਾਗ ਊੜਾ ਕਿ ਇਸ ਤੋਂ ਪਹਿਲਾਂ ਸਾਰੇ ਪੰਥ ਦਾ ਮਿਲਵਾਂ ਫੈਸਲਾ ਬਿਨਾਂ ਕਿਸੇ ਆਧਾਰ 'ਤੇ ਗਲਤ ਹੀ ਲੈ ਲਿਆ ਗਿਆ ਹੋਇਆ ਸੀ। ਭਾਗ ਐੜਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਦੀ ਮਰਜ਼ਾਦਾ ਅੱਡ-ਅੱਡ ਤਰ੍ਹਾਂ ਦੀ ਬਣਾ ਲੈਣ ਨਾਲ ਕਿ ਰਹਿੰਦੀ ਪੰਥਕ ਏਕਤਾ ਦਾ ਭੋਗ ਵੀ ਨਹੀਂ ਪੈ ਗਿਆ ਜੀ। ਭਾਗ ਈੜੀ ਬਾਣੀਆਂ ਪੜ੍ਹਨ ਵਿੱਚ ਅਤੇ ਤਿਆਰੀ ਆਦਿ ਵਿਧੀਆਂ ਵਿੱਚ ਮਨਮਤੀ ਸੋਧ ਕਰ ਲੈਣ ਕਿ ਕਦੇ ਅਜਿਹਾ ਅੰਮ੍ਰਿਤ ਤਿਆਰ ਹੋ ਸਕਿਆ। ਨੰਬਰ 1 ਜਿਸ ਵਿੱਚੋਂ ਘੁੱਟ ਭਰ ਕੇ ਚਿੜੀਆਂ ਨੇ ਬਾਜ ਨੂੰ ਜਾ ਢਾਇਆ ਹੋਵੇ। ਨੰਬਰ 2 ਜਿਸ ਦੇ ਛੱਟੇ ਕਿਸੇ ਮੁਰਦਾ ਲੋਥ ਵਿੱਚ ਜਾਨ ਪਾ ਸਕਦੇ ਹੋਣ। ਨੰਬਰ 3 ਜਿਸ ਦੇ ਛਕਦਿਆਂ ਹੀ ਅੰਮ੍ਰਿਤਧਾਰੀ ਉੱਚੇ ਆਚਰਨ ਵਾਲਾ ਅਤੇ ਉੱਚੀ ਆਤਮਿਕ ਅਵਸਥਾ ਵਾਲਾ ਬਣ ਗਿਆ ਹੋਵੇ। ਭਾਗ ਸੱਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਇਹ ਲਿਖਣਾ ਕੀ ਸੱਚ ਹੈ ਕਿ ਅੰਮ੍ਰਿਤ ਛਕਣ ਕਰਕੇ ਜਨਮਾਂ ਦੇ ਸਾਰੇ ਪਾਪ ਬਖਸ਼ੇ ਜਾਂਦੇ ਹਨ। ਸਤਿਗੁਰੂ ਸਾਹਿਬ ਜੀ ਬਖਸ਼ ਦਿੰਦੇ ਹਨ। ਸਤਿਗੁਰ ਦਾ ਹੁਕਮ ਹੈ ਇੱਕ ਵਾਰ ਵੀ ਜਿਸ ਦੇ ਮੁਖ ਅੰਮ੍ਰਿਤ ਪੈ ਗਿਆ ਫਿਰ ਭਾਵੇਂ ਗਲਤੀ ਕਰਕੇ ਮੁਕਤ ਨਾ ਹੋ ਸਕੇ ਪਰ 10,000 ਵਰ੍ਹੇ ਤੱਕ ਅਸੀਂ ਨਰਕਾਂ ਵਿੱਚ ਨਹੀਂ ਪੈਣ ਦਿਆਂਗੇ। ਵਾਰ-ਵਾਰ ਸਿੱਖਾਂ ਦੇ ਘਰ ਜਨਮ ਦਿਆਂਗੇ। ਕਦੇ ਤਾਂ ਰਹਿਤ ਰੱਖ ਕੇ ਮੁਕਤ ਹੋਵੇਗਾ। ਗੁਰਮਤਿ ਰਹਿਤ ਮਰਜ਼ਾਦਾ ਸਫਾ 101। ਭਾਗ ਹਾਹਾ ਕਿ ਅਜਿਹਾ ਵਿਸ਼ਵਾਸ ਅੰਮ੍ਰਿਤਧਾਰੀ ਨੂੰ ਨਿਹਕਲੰਕ ਨਹੀਂ ਬਣਾ ਦਿੰਦਾ ਕਿ ਇਸ ਵਿਸ਼ਵਾਸ ਨਾਲ ਅੰਮ੍ਰਿਤਧਾਰੀ ਨਿਸ਼ੰਕ ਹੋ ਕੇ ਪਾਪ ਨਹੀਂ ਕਰਦਾ। ਭਾਗ ਕੱਕਾ ਇੱਕ ਵਿਸ਼ਵਾਸ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਨਹਾਤਿਆਂ ਸਭ ਪਾਪ ਨਾਸ਼ ਹੋ ਜਾਂਦੇ ਹਨ ਅਤੇ ਦੂਜਾ ਵਿਸ਼ਵਾਸ ਇਹ ਹੈ ਕਿ ਪੈਸੇ ਖਰਚ ਕੇ ਕਿਸੇ ਪਹਾੜੇ ਦੇ ਪਾਠੀ ਕੋਲੋਂ ਪਾਠ ਕਰਵਾਉਣ ਨਾਲ ਕਾਰਜ ਰਾਸ ਹੋ ਜਾਂਦੇ ਅਤੇ ਤੀਸਰਾ ਸਭ ਤੋਂ ਵੱਧ ਖਤਰਨਾਕ ਵਿਸ਼ਵਾਸ ਭਿੰਡਰਾਂ ਵਾਲਿਆਂ ਦੀ ਕਿਰਪਾ ਵਾਲਾ ਕਿ ਅੰਮ੍ਰਿਤ ਮੂੰਹ ਵਿੱਚ ਪੈ ਜਾਣ ਨਾਲ ਗਲਤੀਆਂ ਭਾਵ ਪਾਪ ਕਰੀ ਜਾਣ 'ਤੇ ਵੀ ਅੰਮ੍ਰਿਤਧਾਰੀ ਨੂੰ 10,000 ਸਾਲ ਦਸ਼ਮੇਸ਼ ਜੀ ਬਚਾਈ ਰੱਖਦੇ ਹਨ ਕਿ ਇਹਨਾਂ ਵਿਸ਼ਵਾਸਾਂ ਦੇ ਕਾਰਨ ਬਹੁਰ ਕਮਾਵੇਂ ਹੋਏ ਨੇ ਸ਼ੰਕ। ਗੁਰੂ ਫਰਮਾਨ ਅਨੁਸਾਰ ਗੁਰੂ ਦਾ ਪੰਥ ਪੂਰੀ ਤਰ੍ਹਾਂ ਨਾਲ ਪਾਪੀ ਅਤੇ ਆਚਰਣਹੀਨ ਤਾਂ ਨਹੀਂ ਹੋਈ ਜਾ ਰਿਹਾ ਜੀ। ਗੁਰੂ ਸ਼ਬਦਾਂ ਦੇ ਆਧਾਰ 'ਤੇ ਜ਼ਰਾ ਵਿਸਥਾਰ ਨਾਲ ਲਿਖਣਾ ਤਾਂ ਜੋ ਪਾਠਕਾਂ ਨੂੰ ਠੀਕ ਗੁਰਮਤਿ ਸੇਧ ਮਿਲ ਸਕੇ। ਭਾਗ ਖੱਖਾ ਦਸ਼ਮੇਸ਼ ਜੀ ਨੂੰ ਚੇਲਾ ਕਹਿਣ ਦਾ ਜਾਂ ਸਮਝਣ ਆਪੇ ਗੁਰਚੇਲਾ ਦਾ ਅਸਲ ਭਾਵ ਕੀ ਹੈ। ਇਹ 5 ਪਿਆਰੇ ਦਸ਼ਮੇਸ਼ ਜੀ ਦੇ ਗੁਰੂ ਬਣ ਜਾਂਦੇ ਹਨ। ਭਿੰਡਰਾਂ ਵਾਲੇ ਸੰਤ ਮਹਾਂਪੁਰਖ ਗਿਆਨੀ ਗੁਰਬਚਨ ਸਿੰਘ ਜੀ ਦਾ ਲਿਖਿਆ ਸੱਚ ਹੈ ਕਿ 5 ਪਿਆਰਿਆਂ ਦੇ ਸੀਸ ਧੜ ਨਾਲੋਂ ਜੁਦਾ ਕਰਕੇ ਦਸ਼ਮੇਸ਼ ਜੀ ਨੇ ਤੰਬੂ ਵਿੱਚ ਗੁਪਤ ਢੰਗ ਨਾਲ ਪ੍ਰਕਾਸ਼ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟਾ ਕੀਤੇ ਸਨ ਜੋ ਮਗਰੋਂ ਅਮਰ ਦੇ ਛੱਟੇ ਮਾਰ ਕੇ
ਸੁਰਜੀਤ ਕਰ ਲਏ ਸਨ। ਜੇ ਇਹ ਸੱਚ ਹੈ ਤਾਂ ਦਸ਼ਮੇਸ਼ ਜੀ ਦੇ ਗੁਰੂ ਬਣ ਬੈਠਣ ਵਾਲਿਆਂ 5 ਪਿਆਰਿਆਂ ਕੋਲੋਂ ਅੱਜ ਤੱਕ ਦੁਬਾਰਾ ਉਹੋ ਜਿਹਾ ਅੰਮ੍ਰਿਤ ਤਿਆਰ ਕਿਸ ਕਾਰਨ ਨਹੀਂ ਹੋਇਆ? ਕਿ ਦਸ਼ਮੇਸ਼ ਜੀ ਨੇ ਆਪਣੇ ਪਿਆਰਿਆਂ ਨੂੰ ਉਹੋ ਜਿਹਾ ਅੰਮ੍ਰਿਤ ਤਿਆਰ ਕਰ ਲੈਣ ਦੀ ਜਾਚ ਨਹੀਂ ਸੀ ਦੱਸੀ? ਝਟਕਾ ਕੇ ਸਿੰਘਾਂ ਨੂੰ ਦੁਬਾਰਾ ਜਿਉਂਦੇ ਕਰਨ ਦੀ ਗੱਲ ਵੀ ਕਿਤੇ ਸੰਤਾਂ ਨੇ ਝੂਠੀ ਤਾਂ ਨਹੀਂ ਲਿਖ ਦਿੱਤੀ ਹੋਈ ਜੀ? ਕਿ ਡੇਰੇਦਾਰ ਸੰਤਾਂ ਮਹਾਂਪੁਰਖਾਂ ਲਈ ਝੂਠ ਬੋਲ ਲੈਣ ਦੀ ਜਾਂ ਕੁਫਰ ਲਿਖਣ ਦੀ ਖੁੱਲ੍ਹ ਹੁੰਦੀ ਹੈ ਜੀ? ਭਾਗ 6ਵਾਂ। ਸਰਬ ਸਾਂਝੇ ਅਤੇ ਪਰਮ ਪਾਵਨ ਦਰਬਾਰ ਸਾਹਿਬ ਵਿਚਲੇ ਗੁਰੂ ਦਰਬਾਰ ਵਿੱਚ ਹੀ ਇਹ ਵਿਤਕਰਾ। ਦਰਬਾਰ ਸਾਹਿਬ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਇੱਕ ਸੇਵਾਦਾਰ ਬੈਠਾ ਹੁੰਦਾ ਹੈ, ਜਿਸ ਦੇ ਕੋਲ ਇੱਕ ਵਧੀਆ ਕੱਪੜੇ ਦੇ ਪੀਲੇ ਪਟਕਿਆਂ ਦੀ ਅਤੇ ਦੂਜੀ ਕੋਲ ਹਲਕੇ ਕੱਪੜੇ ਦੇ ਕੇਸਰੀ ਪਟਕਿਆਂ ਦੀ ਢੇਰੀ ਲੱਗੀ ਹੁੰਦੀ ਹੈ ਅਤੇ ਨੇੜੇ ਹੀ ਵੱਡੇ ਆਕਾਰ ਵਾਲੇ ਪਤਾਸਿਆਂ ਦਾ ਟੋਕਰਾ ਪਿਆ ਹੁੰਦਾ ਹੈ। ਉਹ ਸੇਵਾਦਾਰ ਊੜਾ ਬਹੁਤੀ ਮਾਇਆ ਭੇਟਾ ਕਰਨ ਵਾਲਿਆਂ ਨੂੰ ਵਧੀਆ ਕੱਪੜੇ ਵਾਲਾ ਪਟਕਾ ਸਰੂਪਾ, ਭਾਗੜਾ ਮਿੱਥੇ ਟੀਚੇ ਤੋਂ ਘੱਟ ਮਾਇਆ ਭੇਟਾ ਕਰਨ ਵਾਲਿਆਂ ਨੂੰ ਘਟੀਆ ਕੱਪੜੇ ਦਾ ਸਰੂਪਾ, ਈੜੀ ਹੋਰ ਵੀ ਘੱਟ ਮਾਇਆ ਦੇਣ ਵਾਲਿਆਂ ਨੂੰ 4 ਜਾਂ ਘੱਟ ਪਤਾਸੇ ਦੇ ਰਿਹਾ ਹੁੰਦਾ ਹੈ। ਸੱਸਾ ਚੌਥੀ ਸ਼੍ਰੇਣੀ ਵਾਲੇ ਵਿਚਾਰੇ ਸਰਦੀ ਬਣਦੀ ਭੇਟਾ ਪਹਿਲਾਂ ਲੱਗੇ ਮਾਇਆ ਦੇ ਢੇਰ ਵਿੱਚ ਰਲਾ ਕੇ ਖਿਸਕਣ ਦੀ ਕਰਦੇ ਹਨ। ਅਵਲ ਤਾਂ ਇਹ ਚੜ੍ਹਤ ਚੜ੍ਹਾਵਾ ਵਿਪਰਨ ਕੀ ਰੀਤ ਹੈ। ਦੂਜਾ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਣ ਵਾਲਿਆਂ ਨੂੰ 4 ਹਿੱਸਿਆਂ ਵਿੱਚ ਵੰਡ ਕੇ ਗਰੀਬ ਸ਼ਰਧਾਲੂਆਂ ਦੇ ਹਿਰਦੇ ਵਿੱਚ ਹੀਨ ਭਾਵਨਾ ਪੈਦਾ ਕੀਤੀ ਜਾ ਰਹੀ ਹੁੰਦੀ ਹੈ। ਤੀਜੇ ਵੱਧ ਤੋਂ ਵੱਧ ਮਾਇਆ ਭੇਟਾ ਕਰਨ ਦਾ ਉਤਸ਼ਾਹ ਦਿੱਤਾ ਜਾਣਾ ਗੁਰਮਤਿ ਵਿਰੋਧੀ ਕਰਮ ਹੈ। ਗੋਲਕਾਂ ਜਾਂ ਮੰਗਤਿਆਂ ਕੋਲ ਵੇਖੀਆਂ ਜਾਂਦੀਆਂ ਹਨ ਜਾਂ ਪਿੰਗਲਵਾੜਿਆਂ ਦਾ ਸ਼ਿੰਗਾਰ ਰਹੀਆਂ ਹਨ। ਰਾਜਿਆਂ ਮਹਾਰਾਜਿਆਂ ਅਥਵਾ ਪਾਤਸ਼ਾਹਾਂ ਦੇ ਦਰਬਾਰ ਵਿੱਚ ਗੋਲਕਾਂ ਕਦੇ ਨਹੀਂ ਰੱਖੀਆਂ ਗਈਆਂ। ਕਿ ਇਸ ਰਿਵਾਜ ਨੂੰ ਚਲਾਉਣ ਵਾਲਾ ਮੰਗ ਖਾਣ ਦੀ ਆਦਤ ਵਾਲਾ ਵਿਪਰਨ ਨਹੀਂ ਹੈ। ਈਸਾਈਆਂ ਮੁਸਲਮਾਨਾਂ ਦੇ ਧਰਮ ਅਸਥਾਨਾਂ 'ਤੇ ਭੇਟਾ ਦਾ ਰਿਵਾਜ ਕਿਸ ਕਾਰਨ ਨਜ਼ਰ ਨਹੀਂ ਆਉਂਦਾ? ਪੂਜਾ ਭੇਟਾ ਵਾਲਾ ਪਖੰਡ ਨਾ ਹੋਣ ਦੇ ਕਾਰਨ ਕਿ ਉਹਨਾਂ ਧਰਮ ਦੇ ਸੰਚਾਲਕਾਂ ਨੂੰ ਮਾਇਆ ਦੀ ਘਾਟ ਰਹਿੰਦੀ ਹੈ। ਕੇਵਲ ਦੇਵਤਿਆਂ ਦੇ ਮੰਦਰਾਂ ਵਿੱਚ ਇਹ ਗੋਲਕਾਂ ਰੱਖਣ ਦਾ ਰਿਵਾਜ ਕਿਸ ਕਾਰਨ ਤੁਰਿਆ? ਕਿ ਸਤਿਗੁਰਾਂ ਦੇ ਖਜ਼ਾਨੇ ਦੀ ਸੰਭਾਲ ਵਾਸਤੇ ਅੱਡਰਾ ਮੁਨਸ਼ੀ ਨਹੀਂ ਸੀ ਹੁੰਦਾ। ਧਾਰਮਿਕ ਅਤੇ ਦੂਜੇ ਪੰਥਕ ਕਾਰਜਾਂ ਦੇ ਖਰਚੇ ਪੂਰੇ ਕਰਨ ਲਈ ਕਿ ਸਿੱਖ ਆਪਣੀ ਕਮਾਈ ਦਾ ਦਸਵੰਧ ਗੁਰੂ ਕੇ ਖਜ਼ਾਨੇ ਕਿ ਆਪ ਹੀ ਦਾਖਲ ਨਹੀਂ ਸਨ ਕਰਾਇਆ ਕਰਦੇ। ਮਸੰਦਾਂ ਦੁਆਰਾ ਉਗਰਾਈ ਹੋਈ ਮਾਇਆ ਵੀ ਸਦਾ ਖਜ਼ਾਨਚੀ ਕੋਲ ਦਾਖਲ ਕਰਾਈ ਜਾਇਆ ਕਰਦੀ ਸੀ। ਸਤਿਗੁਰੂ ਨੂੰ ਮਾਇਆ ਨਾਲ ਕੀ ਵਾਸਤਾ? ਸਤਿਗੁਰਾਂ ਦੀ ਗੋਲਕ ਤਾਂ ਸਦਾ ਹੀ ਗਰੀਬ ਦਾ ਮੂੰਹ ਰਹੀ ਹੈ। ਕਿ ਇਹ ਰਿਵਾਜ ਮਹੰਤਾਂ ਨੇ ਗੁਰੂ ਘਰ ਨੂੰ ਮੰਦਰ ਬਣਾਉਣ ਲਈ ਨਹੀਂ ਸੀ ਚਲਾਇਆ। ਅੱਜ ਤੁਸੀਂ ਵੀ ਕੋਈ ਸੁਧਾਰ ਨਾ ਕਰਕੇ ਕਿ ਉਹਨਾਂ ਮਹੰਤਾਂ ਤੋਂ ਵੀ ਨੀਵੇਂ ਢੰਗ ਦੀ ਖਤਰਨਾਕ ਰੀਤ ਤਾਂ ਨਹੀਂ ਚਲਾ ਰਹੇ। ਨੰਬਰ 7। 1983 ਵਿੱਚ ਭਾਈ ਅਮਰੀਕ ਸਿੰਘ ਸ਼ਹੀਦ ਦੇ ਵੀਰ ਭਾਈ ਮਨਜੀਤ ਸਿੰਘ ਮੀਤ ਮੈਨੇਜਰ ਸਨ। ਉਹਨਾਂ ਨੇ ਇੱਕ ਸੇਵਾਦਾਰ ਨੂੰ 500 ਰੁਪਏ ਗੋਲਕ ਵਿੱਚੋਂ ਚੋਰੀ ਕਰਦਿਆਂ ਫੜ ਕੇ ਸਸਪੈਂਡ ਕਰ ਦਿੱਤਾ ਸੀ। ਛੋਟੇਪੁਰੀਏ ਸੁੱਚਾ ਸਿੰਘ ਕੋਲ ਵੀ ਉਸ ਨੂੰ ਬਹਾਲ ਕਰਾਉਣ ਦੀਆਂ ਸਿਫਾਰਸ਼ਾਂ ਪੁੱਜ ਰਹੀਆਂ ਸਨ, ਪਰ ਬਾਬਾ ਜਰਨੈਲ ਸਿੰਘ ਦਾ ਡਰ ਰੁਕਾਵਟ ਬਣਿਆ ਹੋਇਆ ਸੀ। ਮਗਰੋਂ ਪਤਾ ਨਹੀਂ ਸੀ ਬਣਿਆ। ਗੁਰੂ ਘਰ ਦੀ ਮਾਇਆ ਤੋਂ ਜਿਨ੍ਹਾਂ ਦੇ ਵਾਰੇ ਨਿਆਰੇ ਹੋਏ ਅਤੇ ਹੋ ਰਹੇ ਹਨ, ਉਹਨਾਂ ਦੀ ਕੋਈ ਸੂਚੀ ਤੁਹਾਡੇ ਕੋਲ ਵੀ ਪੁੱਜੀ ਹੈ ਜੀ? ਨੰਬਰ 8। ਲੰਗਰ। ਮਹਾਨ ਕੋਸ਼ ਅਨੁਸਾਰ ਲੰਗਰ ਦਾ ਅਰਥ ਗਰੀਬਾਂ ਅਨਾਥਾਂ ਦੀ ਪਾਲਣਾ ਹੈ। ਪਹਿਲੀ ਬੜੀ ਜ਼ਰੂਰੀ ਗੱਲ ਇਹ ਹੈ ਕਿ ਗੁਰੂ ਦਾ ਲੰਗਰ ਕੇਵਲ ਲੋੜਵੰਦਾਂ ਅਤੇ ਗਰੀਬਾਂ ਲਈ ਬਣਿਆ ਸੀ। ਫਿਰ ਇਤਿਹਾਸ ਗਵਾਹ ਹੈ ਕਿ ਗੁਰੂ ਕੇ ਲੰਗਰ ਦੀ ਮਰਜ਼ਾਦਾ ਦੀ ਪਾਵਨਤਾ ਦਾ ਸਤਿਕਾਰ ਬਣਾਈ ਰੱਖਣ ਲਈ ਗੁਰੂ ਸਾਹਿਬਾਨ ਆਪ ਵੀ ਸੰਗਤ ਪੰਗਤ ਵਿੱਚ ਇੱਕ ਪੱਧਰ 'ਤੇ ਬੈਠ ਕੇ ਪ੍ਰਸ਼ਾਦ ਛਕਿਆ ਕਰਦੇ ਸਨ ਅਤੇ ਭਾਰਤ ਦੇ ਮੁਗਲ ਸਮਰਾਟ ਅਕਬਰ ਆਜ਼ਮ ਨੇ ਸੰਗਤ ਦੇ ਨਾਲ ਹੀ ਬੈਠ ਕੇ ਪ੍ਰਸ਼ਾਦ ਛਕਿਆ ਸੀ। ਕੀ ਕਾਰਨ ਹੈ ਕਿ ਅੱਜ ਦੇ ਜਥੇਦਾਰ ਲਈ, ਉਹਨਾਂ ਦੇ ਰਿਸ਼ਤੇਦਾਰਾਂ ਅਤੇ ਸੱਜਣਾਂ ਲਈ ਅਥਵਾ ਘਰਾਂ ਵਿੱਚ ਪਈਆਂ ਕੁਰਸੀਆਂ ਅਤੇ ਮੰਜਿਆਂ 'ਤੇ ਬੈਠ ਕੇ ਖਾਧਾ ਜਾਂਦਾ ਹੈ? ਇਸੇ ਕਾਰਨ ਬਾਹਰ ਦੇ ਗੁਰੂ ਘਰਾਂ ਦੇ ਲੰਗਰ ਵੀ ਪਿਕਨਿਕ ਪਾਰਟੀਆਂ ਦਾ ਹੀ ਰੂਪ ਬਣ ਰਹੇ ਹਨ। ਕਿ ਇਸ ਗੱਲ ਦਾ
ਪਤਾ ਤੁਸਾਂ ਵੀ ਕਦੇ ਕੀਤਾ ਹੈ ਕਿ ਅਜਿਹੇ ਕਿੰਨੇ ਲੋਕ ਹਨ ਜਿਹੜੇ ਹੋਟਲਾਂ ਦੀ ਫੀਸ ਨਾਲੋਂ ਘੱਟ ਫੀਸ ਲਾਂਗਰੀਆਂ ਦੀ ਜੇਬ ਵਿੱਚ ਪਾ ਕੇ ਰੋਟੀ ਖਾਣ ਵਾਲਾ ਬੋਤਾ ਸਦਾ ਗੁਰੂ ਕੇ ਲੰਗਰ ਵਿੱਚੋਂ ਹੀ ਸਾਰੇ ਹਨ। ਕਿ ਕਦੇ ਤੁਸਾਂ ਆਪ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਹੈ? ਕਿ ਸੂਝਵਾਨਾਂ ਦਾ ਇਹ ਕਥਨ ਸੱਚ ਨਹੀਂ ਹੈ ਕਿ ਕੰਧਾਂ ਕੋਠੇ ਢਾਉਣ ਗਿੱਜੇ ਜਰਵਾਣਿਆਂ ਕੋਲੋਂ ਧਰਮ ਅਸਥਾਨ ਕਦੇ ਤਬਾਹ ਨਹੀਂ ਹੋ ਸਕਦੇ। ਧਰਮ ਅਸਥਾਨਾਂ ਦੀ ਤਬਾਹੀ ਉਹ ਕਰਦੇ ਹਨ ਜੋ ਧਰਮ ਚਲਾਉਣ ਵਾਲੇ ਮਹਾਂਪੁਰਖਾਂ ਦੀ ਬਣਾਈ ਮਰਿਆਦਾ ਵਿਗਾੜਦੇ ਹਨ। ਨੰਬਰ 9 ਸਾਧ ਗੱਦੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੱਦੀ ਦੇ ਹੁੰਦਿਆਂ ਸਿੱਖ ਪੰਥ ਵਿੱਚ ਕਿਸੇ ਭੇਖ ਅਥਵਾ ਉਚੇਚੀ ਮਰਜ਼ਾਦਾ ਅਧੀਨ ਕੋਈ ਗੱਦੀ ਚਲਾ ਕੇ ਡੇਰਾ ਥਾਪ ਲੈਣਾ ਕਿ ਗੁਰਬਾਣੀ ਦੇ ਇਸ ਸ਼ਬਦ ਦੀ ਖੰਡਣਾ ਤਾਂ ਨਹੀਂ ਹੈ? ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡ ਨਾ ਬਾਵਈ ਤਿੱਕਲ ਬੰਨੇ ਛੱਜ, ਦੇਨ ਦਵਾਈ ਸੇ ਮਰੇ ਜਿਨ ਕੋ ਦੇਹਨ ਸੇ ਜਾਹੇ, ਨਾਨਕ ਹੁਕਮ ਨ ਜਾਪਈ ਕਿੱਥੇ ਜਾਏ ਸਮਾਹੇ। ਪੰਨਾ 1286। ਕਿ ਅਜਿਹੇ ਡੇਰੇਦਾਰ ਜਿਹੜੇ ਲੋਕਾਂ ਦੀ ਕਮਾਈ ਤੇ ਪਲਦੇ ਹਨ, ਦਸਾਂ ਨੂੰਹਾਂ ਦੀ ਕਿਰਤ ਕਰਕੇ ਬੱਚੇ ਪਾਲਣ ਵਾਲੇ ਇੱਕ ਗ੍ਰਸਤੀ ਨਾਲੋਂ ਕਈ ਗੁਣਾ ਨੀਵੇਂ ਨਹੀਂ ਹਨ। ਨੰਬਰ 10 ਪ੍ਰਾਪਤੀਆਂ ਕੇ ਸ਼ਰਮਿੰਦਗੀਆਂ। ਸੰਤ ਬਾਬਾ ਫਤਿਹ ਸਿੰਘ ਜੀ, ਸੰਤ ਬਾਬਾ ਹਰਚੰਦ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਵੀ ਗੁਰੂ ਪੰਥ ਦੇ ਭਾਗ ਘੋੜੇ ਦੀ ਵਾਗਡੋਰ ਸਾਂਭੀ। ਕਿ ਕਦੇ ਆਪਣੇ ਗਿਰੀਵਾਨ ਮੇ ਸਿਰ ਨੀਵਾਂ ਕਰ ਵੇਖਿਆ ਹੈ ਕਿ ਸਾਧ ਸੰਤ ਅਖਵਾਉਣ ਵਾਲਿਆਂ ਦੀ ਜਥੇਦਾਰੀ ਵਿੱਚ ਕੁਝ ਖਟਿਆ ਹੈ ਕਿ ਜਾਂ ਇਹਨਾਂ ਤਿੰਨਾਂ ਨੇ ਵਾਰੀ-ਵਾਰੀ ਆ ਕੇ ਅਜਿਹੇ ਭਾਣੇ ਵਰਤਾਏ ਹਨ ਜਿਹੜੇ ਪੰਥ ਲੈ ਡੁੱਬਣ ਵਾਲੇ ਸਨ। ਨੰਬਰ 1 ਸੰਤ ਬਾਬਾ ਫਤਿਹ ਸਿੰਘ ਨੇ ਅਗਨ ਕੁੰਡ ਵਿੱਚ ਸੜ ਕੇ ਆਤਮ ਹੱਤਿਆ ਕਰ ਲੈਣ ਦਾ ਡਰਾਮਾ ਰਚਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਹਵਨ ਕੁੰਡ ਬਣਵਾ ਕੇ ਕਿ ਬਹਾਦਰ ਪੰਥ ਦੇ ਨਾਮ ਨੂੰ ਕੋਝਾ ਧੱਬਾ ਲਾਉਣ ਵਾਲੀ ਗੁਰਮਤਿ ਵਿਰੋਧੀ ਕਰਤੂਤ ਕਰਕੇ ਸਰਬ ਉੱਚ ਅਸਥਾਨ ਦੀ ਘੋਰ ਬੇਅਦਬੀ ਨਹੀਂ ਸੀ ਕੀਤੀ। ਨੰਬਰ 2 ਐਨ ਆਖਰੀ ਦਿਨ ਭਾਵ 26 ਦਸੰਬਰ 1966 ਨੂੰ ਕੋਰੇ ਝੂਠ ਦਾ ਆਸਰਾ ਲੈ ਕੇ ਜਿਹੜਾ ਸਰਦਾਰ ਹੁਕਮ ਸਿੰਘ ਨੇ ਬਾਬਾ ਜੀ ਦੀ ਸਲਾਹ ਨਾਲ ਸ੍ਰੀ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਖੜੋ ਕੇ ਬੋਲਿਆ ਸੀ। ਨੰਬਰ 3 ਉਸ ਵੇਲੇ ਸੜਨੋਂ ਭੱਜ ਨਿਕਲੇ ਜਦੋਂ ਸਾਰੀਆਂ ਸਿੱਖ ਫੌਜਾਂ ਅੰਮ੍ਰਿਤਸਰ ਵਿੱਚ ਡੇਰਾ ਲਾਈ ਬੈਠੀਆਂ ਸਨ ਅਤੇ ਪੁਲਿਸ ਸਮੇਤ ਸਾਰੇ ਹਥਿਆਰਬੰਦ ਜਥੇ ਬਗਾਵਤ ਕਰ ਦੇਣ ਲਈ ਤਿਆਰ ਸਨ। ਨੰਬਰ 4 ਇਹਨਾਂ ਖਬਰਾਂ ਨਾਲ ਬੀਬੀ ਇੰਦਰਾ ਸਖਤ ਘਬਰਾਹਟ ਵਿੱਚ ਸੀ। ਨੰਬਰ 5 ਕਿ ਅਜਿਹਾ ਕਰਕੇ ਸੰਤ ਬਾਬਾ ਜੀ ਨੇ ਬੀਬੀ ਇੰਦਰਾ ਨੂੰ ਇਹ ਸੋਝੀ ਦਿੱਤੀ ਸੀ ਕਿ ਜੇ ਅੱਗੇ ਤੋਂ ਸਿੱਖਾਂ ਦੀ ਤਬਾਹੀ ਕਰਨ ਦਾ ਮਨ ਬਣੇ ਤਾਂ ਪਹਿਲਾਂ ਸਿੱਖ ਫੌਜਾਂ ਨੂੰ ਪੰਜਾਬੋਂ ਦੂਰ ਦੁਰਾਡੇ ਪਹੁੰਚਾ ਲਵੇ। ਨੰਬਰ 6 1982 ਵਿੱਚ ਬਾਬਾ ਹਰਚੰਦ ਸਿੰਘ ਜੀ ਨੇ ਉਸ ਵੇਲੇ ਸੁਲ੍ਹਾ ਦਾ ਬਿਗਲ ਵਜਾਇਆ ਜਿਸ ਸਮੇਂ ਸਰਕਾਰ ਦੀਆਂ ਜੇਲ੍ਹਾਂ ਵਿੱਚ ਕੋਈ ਥਾਂ ਨਹੀਂ ਸੀ ਰਹੀ ਅਤੇ ਨਿਰੰਤਰ ਗ੍ਰਿਫਤਾਰੀ ਦੇਣ ਲਈ ਤੁਰੇ ਆ ਰਹੇ ਸਿੰਘਾਂ ਦੇ ਜਥਿਆਂ ਤੋਂ ਸਰਕਾਰ ਅਤੀ ਪਰੇਸ਼ਾਨ ਹੋ ਰਹੀ ਸੀ। ਨੰਬਰ 7 ਤੀਜੇ ਬਾਬਾ ਜਰਨੈਲ ਸਿੰਘ ਜੀ ਨੇ ਖਾਲਿਸਤਾਨ ਦੇ ਬਚਨਾਂ ਨਾਲ ਸ੍ਰੀ ਦਰਬਾਰ ਸਾਹਿਬ ਦੀ ਪਾਵਨਤਾ ਭੰਗ ਕਰਦਿਆਂ ਲੜਾਈ ਲਈ ਮੋਰਚੇ ਬਣਾਏ ਕਿ ਤੁਸੀਂ ਦੱਸ ਸਕਦੇ ਹੋ ਕਿ ਕੀ ਖਟਿਆ, ਸਗੋਂ ਕੀ ਇਹ ਸੱਚਾਈ ਨਹੀਂ? ਭਾਗੂੜਾ ਸ੍ਰੀ ਦਰਬਾਰ ਸਾਹਿਬ ਤੇ ਪੁਲਿਸ ਦਾ ਕਬਜ਼ਾ ਪੱਕਾ ਕਰਵਾ ਲਿਆ। ਅਣਖੀ ਖਾਲਸਾ ਆਪਣੇ ਦਰਬਾਰ ਸਾਹਿਬ ਨੂੰ ਆਉਣ ਤੋਂ ਪਹਿਲਾਂ ਸਾਊ ਬੱਚਿਆਂ ਵਾਂਗ ਆਪਣੀ ਤਲਾਸ਼ੀ ਕਰਵਾਉਣੀ ਚੱਲ ਗਿਆ। ਐੜਾ ਧਰਮ ਅਤੇ ਸਿਆਸਤ ਇੱਕ ਥਾਂ ਰੱਖਣ ਦਾ ਹੱਕ ਜਤਾਉਣ ਵਾਲੇ ਖਾਲਸੇ ਦੇ ਵਕੀਲ ਅੱਜ ਇਸ ਕਰਕੇ ਸੋਚਾਂ ਵਿੱਚ ਡੁੱਬੇ ਅਖਬਾਰਾਂ ਦੀਆਂ ਖਬਰਾਂ ਅਨੁਸਾਰ ਹਨ ਕਿ ਪੰਥ ਵਿੱਚ ਸੁਲ੍ਹਾ ਕਰਵਾਉਣ ਦੀ ਗੱਲ ਕਰਨ ਵਾਲੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਿਤੇ ਅੰਦਰ ਤਾਂ ਨਾ ਹੋ ਜਾਣਗੇ। ਈਡੀ ਕੌਮ ਦੇ ਨੌ ਨਿਹਾਲਾਂ ਦਾ ਕਤਲੇਆਮ ਕਿਸ ਕੰਮ ਆਇਆ? ਕਿ ਮੋਟਰਸਾਈਕਲ ਅਤੇ ਪਿਸਤੌਲ ਨਾਲ ਸ਼ਸਤਰ ਹੋ ਕੇ ਲੜੀ ਆਜ਼ਾਦੀ ਦੀ ਜੰਗ ਵਿੱਚ ਕੌਮ ਦੇ ਨੌ ਨਿਹਾਲ ਦੇ ਮੂੰਹ ਨੂੰ ਲਹੂ ਲਾ ਕੇ ਉਸ ਨੂੰ ਜ਼ਾਲਮ ਡਾਕੂ ਅਤੇ ਕਾਤਲ ਤਾਂ ਨਹੀਂ ਬਣਾ ਦਿੱਤਾ? ਕਿ ਖਾਲਿਸਤਾਨ ਦੀ ਪ੍ਰਾਪਤੀ ਵਾਲਾ ਭਾਵੀ ਦਿਨ ਨੇੜੇ ਆਇਆ ਹੈ ਕਿ ਸੈਂਕੜੇ ਸਾਲ ਅੱਗੇ ਜਾ ਪਿਆ ਹੈ? ਸੱਸਾ ਸਤਿਗੁਰਾਂ ਦਾ ਫਰਮਾਨ ਹੈ, ਗਿਰ ਬਸੁਦਾ ਜਲ ਪਵਨ ਜਾਏਗੋ
ਇੱਕ ਸਾਧ ਬਚਨ ਅਟ ਲਾਦਾ। ਪੰਨਾ 1204। ਇਹਨਾਂ ਤਿੰਨਾਂ ਮਹਾਂਪੁਰਖਾਂ ਵਿੱਚ ਸੰਤ ਹਰਨਾਮ ਸਿੰਘ ਜੀ ਗੜ੍ਹਦੀ ਵਾਲੇ ਵੀ ਆ ਰਲੇ ਸਨ, ਪਰ ਖਾਲਸੇ ਦੀ ਮੰਗ ਪੂਰੀ ਕਰਵਾ ਲੈਣ ਦਾ ਬਚਨ ਕਿਸੇ ਸੰਤ ਦਾ ਵੀ ਸੱਚਾ ਨਾ ਹੋਇਆ। ਕੀ ਸਮਝੀਏ ਕਿ ਸਤਿਗੁਰਾਂ ਦੇ ਬਚਨਾਂ ਵਿੱਚ ਸੱਤਿਆ ਨਹੀਂ ਸੀ ਕਿ ਜਾਂ ਇਹ ਸਾਰੇ ਸਾਧ ਨਮਸਕਾਰਾਂ ਕਰਵਾਉਣ ਦੇ ਨਾਲ ਖੁਸ਼ਾਮਦੀ ਬੋਲ ਸੁਣਨ ਦੇ ਅਥਵਾ ਚੌਧਰਾਂ ਦੇ ਭੁੱਖੇ ਭੇਖੀ ਸੰਤ ਸਨ। ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿਠੇ। ਕਿ ਇਹ ਸਾਰੇ ਭਾਣੇ ਇਸ ਕਰਕੇ ਤਾਂ ਨਹੀਂ ਵਰਤ ਰਹੇ ਕਿ ਸਰਬ ਉੱਚ ਜਥੇਦਾਰ ਤਿਆਗੀ ਹੋਣ ਦੇ ਥਾਂ ਸੁਵਾਰਥੀ ਅਤੇ ਤਸ਼ਨਾਲੂ ਬਣ ਚੁੱਕਾ ਹੈ ਅਤੇ ਪੰਥ ਨੂੰ ਵਿਪਰਨ ਕੀ ਰੀਤ ਨਾਲ ਜੋੜੀ ਜਾਣ ਵਾਲੇ ਕਾਰੇ ਕਰੀ ਜਾ ਰਿਹਾ ਹੈ। ਗੁਰਮੁਖ ਪਿਆਰੇ ਸਿੰਘ ਸਾਹਿਬ ਜੀਓ, ਨਿਰਸੰਦੇਹ ਆਪ ਜੀ ਦੀ ਪਦਵੀ ਬੜੇ ਰੁਝੇਵੇਂ ਵਾਲੀ ਹੈ। ਇਸ ਪਾਤੀ ਵਿਚਲੇ ਸ਼ੰਕਿਆਂ ਦਾ ਸਮਾਧਾਨ ਜੇ ਕਿਸੇ ਹੋਰ ਥਾਂ ਹੋ ਸਕਦਾ ਹੁੰਦਾ ਤਾਂ ਆਪ ਜੀ ਨੂੰ ਖੇਚਲ ਕਦੇ ਨਾ ਦਿੰਦੇ। ਆਪ ਜੀ ਦੀ ਪਦਵੀ ਇਹ ਮੰਗ ਵੀ ਕਰਦੀ ਹੈ ਕਿ ਤੁਸੀਂ ਅਜਿਹੇ ਸ਼ੰਕਿਆਂ ਨੂੰ ਦੂਰ ਕਰਨ ਨੂੰ ਆਪਣਾ ਪ੍ਰਥਮ ਫਰਜ਼ ਸਮਝੋ। ਗੁਰਬਾਣੀ ਸਿਧਾਂਤ ਨੂੰ ਉਜਾਗਰ ਕਰਨ ਦੇ ਇਸ ਨਿਮਾਣੇ ਯਤਨ ਵਿੱਚ ਆਪਣੇ ਬਹੁਮੁੱਲੇ ਉਪਦੇਸ਼ ਦੁਆਰਾ ਸਹਾਇਤਾ ਕਰਨ ਦੀ ਕਿਰਪਾ ਕਰਕੇ ਧੰਨਵਾਦੀ ਬਣਾਓ। ਆਪ ਜੀ ਦੇ ਉੱਤਰ ਦੇ ਉਡੀਕਵਾਨ ਗੁਰੂ ਪੰਥ ਦੇ ਸੇਵਕ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਪੁਸਤਕ ਲਿਖਣ ਵਾਲੇ ਜਥੇ ਦਾ ਸੇਵਕ ਗੁਰਬਖਸ਼ ਸਿੰਘ ਐਡਮਿੰਟਨ। ਨੋਟ: ਇਸ ਪੱਤਰ ਨੂੰ ਖੁੱਲ੍ਹਾ ਸਮਝਣਾ, ਇਸ ਨੂੰ ਅਥਵਾ ਆਪ ਜੀ ਵੱਲੋਂ ਆਏ ਉੱਤਰ ਨੂੰ ਅਖਬਾਰਾਂ ਵਿੱਚ ਅਥਵਾ ਲਿਖੇ ਜਾ ਰਹੇ ਗ੍ਰੰਥ ਵਿੱਚ ਛੁਪਵਾ ਦਿੱਤਾ ਜਾਣਾ ਹੈ ਤਾਂ ਜੋ ਸੇਧ ਦੇਣ ਦਾ ਸਦੀਵੀ ਸਾਧਨ ਬਣਿਆ ਰਹੇ। ਪਹਿਲੀ ਚਿੱਠੀ ਦੀ ਲਿਖਤ ਤੋਂ ਥੋੜ੍ਹੇ ਵਾਧੇ ਵਾਲਾ ਇਹ ਪੱਤਰ ਪੁਸਤਕ ਦੇ ਖਰੜੇ ਵਿੱਚੋਂ ਨਕਲ ਕਰਾ ਕੇ ਦੁਬਾਰਾ ਆਪ ਜੀ ਦੀ ਸੇਵਾ ਵਿੱਚ ਇਸ ਕਰਕੇ ਭੇਜ ਰਹੇ ਹਾਂ ਕਿ ਸਦਾ ਲਈ ਪੱਕਾ ਰਿਕਾਰਡ ਬਣ ਜਾਣ ਦੀ ਗੰਭੀਰਤਾ ਨੂੰ ਸਮਝਦਿਆਂ ਜੇ ਆਪ ਜੀ ਕੋਈ ਸੁਝਾਅ ਦੇ ਸਕੋ ਤਾਂ ਸਿਰ ਮੱਥੇ 'ਤੇ ਰੱਖ ਕੇ ਉਹ ਵੀ ਪੁਸਤਕ ਦੇ ਨਾਲ ਹੀ ਛਪਣ ਲਈ ਭੇਜ ਦਿੱਤਾ ਜਾਵੇਗਾ ਜੀ। ਨੋਟ: ਖਿਮਾ ਕਰਨੀ ਜੀ, ਸ਼ੰਕਾ ਹੈ ਕਿ ਕਿਤੇ ਤੁਸੀਂ ਗੱਦੀਦਾਰ ਸਾਧ ਦੀ ਉਪਜ ਤਾਂ ਨਹੀਂ ਹੋ, ਕਿਉਂਕਿ ਜੇ ਤੁਸੀਂ ਵੀ ਕਿਸੇ ਨਿਹਕਲੰਕ ਡੇਰੇਦਾਰ ਸਾਧ ਦੀ ਹੀ ਉਪਜ ਹੋ ਤਾਂ ਗੁਰਮਤਿ ਦੀ ਕਸਵੱਟੀ 'ਤੇ ਪੂਰਾ ਉਤਰਨ ਵਾਲੇ ਉੱਤਰ ਦੀ ਉਡੀਕ ਰੱਖਣੀ ਮੂਰਖਤਾਈ ਹੈ। ਸਭ ਕੁਝ ਪੜ੍ਹ ਵਿਚਾਰ ਕੇ ਸੰਗਤਾਂ ਆਪ ਹੀ ਸਾਰਾ ਨਿਰਣਾ ਕਰ ਲੈਣਗੀਆਂ ਕਿ ਕਿਸੇ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਤਨਖਾਹ ਲਾਉਣ ਵਾਲੇ ਆਪ ਕਿੰਨੇ ਕੁ ਸੁਹਿਰਦ ਹਨ। ਗੁਰੂ ਪੰਥ ਦਾ ਦਾਸ ਗੁਰਬਖਸ਼ ਸਿੰਘ, ਮਿਤੀ 26 ਫਰਵਰੀ 1995। ਰਾਜ ਨ ਕੋਈ ਜੀਵਿਆ, ਪਹੁੰਚ ਨ ਚਲਿਆ ਕੋਏ, ਗਿਆਨੀ ਜੀਵੈ ਸਦਾ ਸਦਾ, ਸੁਰਤੀ ਹੀ ਪਤ ਹੋਏ, ਸਰਫੈ ਸਰਫੇ ਸਦਾ ਸਦਾ, ਏਵੇਂ ਗਈ ਵਿਹਾਏ, ਨਾਨਕ ਕਿਸ ਨੂੰ ਆਖੀਐ, ਵਿਣ ਪੁੱਛਿਆ ਹੀ ਲੈ ਜਾਏ। ਪੰਨਾ 1421। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪੰਜਵੇਂ ਕਾਂਡ ਦਾ 16ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।